ਸਤਿ ਸ੍ਰੀ ਅਕਾਲ ਬੱਚਿਓ ਤੇ ਦੋਸਤੋ, ਅੱਜ ਦੀ ਇਸ ਖਾਸ ਪੇਸ਼ਕਸ਼ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਂ ਅਮਰ ਹਾਂ, ਇੱਕ ਬੁੱਢਾ ਚਿੱਤਰਕਾਰ, ਔਰ ਅੱਜ ਨਾ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੀ ਇੱਕ ਬਹੁਤ ਹੀ ਪਿਆਰੀ, ਦਿਲ ਨੂੰ ਛੂ ਲੈਣ ਵਾਲੀ ਕਹਾਣੀ ਸਾਂਝੀ ਕਰਨ ਵਾਲਾ ਹਾਂ। ਯਕੀਨ ਮੰਨੋ, ਇਹ ਸਿਰਫ ਰੰਗਾਂ ਜਾਂ ਕੈਨਵਸ ਦੀ ਗੱਲ ਨਹੀਂ ਹੈ। ਇਹ ਇੱਕ ਅਜਿਹੀ ਖੋਜ ਹੈ ਜਿਸ ਨੇ ਮੈਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਦਿੱਤਾ। ਤਾਂ ਫਿਰ ਕੀ ਤੁਸੀਂ ਤਿਆਰ ਹੋ ਮੇਰੀਆਂ ਯਾਦਾਂ ਦੇ ਇਸ ਸਫ਼ਰ ਤੇ ਚੱਲਣ ਲਈ? ਆਓ ਸ਼ੁਰੂ ਕਰਦੇ ਹਾਂ। ਜ਼ਰਾ ਅੱਖਾਂ ਬੰਦ ਕਰਕੇ ਕਲਪਨਾ ਕਰੋ, ਇੱਕ ਛੋਟੀ ਜੀ ਜਗ੍ਹਾ ਜਿੱਥੇ ਪੁਰਾਣੀ ਮਿੱਟੀ ਅਤੇ ਤਾਜ਼ੇ ਰੰਗਾਂ ਦੀ ਮਿੱਠੀ-ਮਿੱਠੀ ਮਹਿਕ ਆਉਂਦੀ ਹੋਵੇ। ਬਿਲਕੁਲ, ਮੇਰੀ ਦੁਨੀਆ ਕੁਝ ਅਜਿਹੀ ਹੀ ਸੀ। ਪਿੰਡ ਦੇ ਇੱਕ ਨੁਕਰੇ ਮੇਰੀ ਇੱਕ ਛੋਟੀ ਜੀ ਧੂੜ ਭਰੀ ਮਿੱਟੀ ਦੀ ਚੌਂਪੜ ਸੀ। ਹੁਣ ਜੇ ਪੈਸਿਆਂ ਦੀ ਗੱਲ ਕਰੀਏ ਨਾ, ਤਾਂ ਮੈਂ ਬਿਲਕੁਲ ਗਰੀਬ ਸੀ। ਮੇਰੀਆਂ ਜੇਬਾਂ ਖਾਲੀ ਸਨ, ਪਰ ਜੇ ਕੋਈ ਮੇਰੀ ਚੌਂਪੜੀ ਦੇ ਅੰਦਰ ਆਉਂਦਾ ਤਾਂ ਉਸ ਨੂੰ ਲੱਗਦਾ ਜਿਵੇਂ ਉਹ ਕਿਸੇ ਖਜ਼ਾਨੇ ਵਿੱਚ ਆ ਗਿਆ ਹੋਵੇ। ਹਰ ਪਾਸੇ ਸੁੰਦਰ ਤਸਵੀਰਾਂ, ਰੰਗ ਅਤੇ ਇੱਕ ਅਜੀਬ ਜਿਹਾ ਸਕੂਨ। ਪੈਸਾ ਭਾਵੇਂ ਨਹੀਂ ਸੀ, ਪਰ ਕਲਾ ਅਤੇ ਮਨ ਦੀ ਸ਼ਾਂਤੀ ਨਾਲ ਮੈਂ ਬਹੁਤ ਅਮੀਰ ਸੀ। ਹੁਣ ਸਾਡੀ ਕਹਾਣੀ ਵਿੱਚ ਦੋ ਬਿਲਕੁਲ ਵੱਖਰੀਆਂ ਦੁਨੀਆਂ ਨੇ। ਇੱਕ ਪਾਸੇ ਤਾਂ ਮੇਰੀ ਉਹ ਛੋਟੀ ਜਿਹੀ ਝੌਂਪੜੀ ਸੀ ਜਿੱਥੇ ਸੋਨਾ ਨਹੀਂ ਪਰ ਸ਼ਾਂਤੀ ਬਹੁਤ ਸੀ, ਅਤੇ ਦੂਜੇ ਪਾਸੇ ਪਿੰਡ ਦੇ ਸਭ ਤੋਂ ਵੱਡੇ, ਸਭ ਤੋਂ ਅਮੀਰ ਸੇਠ ਦੀ ਬਹੁਤ ਹੀ ਚਮਕਦਾਰ ਸੁਨਹਿਰੀ ਹਵੇਲੀ। ਉਹ ਹਵੇਲੀ ਬਾਹਰੋਂ ਤਾਂ ਇੰਨੀ ਸ਼ਾਨਦਾਰ ਸੀ ਕਿ ਬਸ ਪੁੱਛੋ ਹੀ ਨਾ। ਦਰਵਾਜ਼ੇ ਵੀ ਸੋਨੇ ਚਾਂਦੀ ਨਾਲ ਲਿਸ਼ਕਦੇ ਸਨ, ਪਰ ਪਤਾ ਹੈ ਕੀ, ਅੰਦਰੋਂ ਉਸ ਹਵੇਲੀ ਵਿੱਚ ਸ਼ਾਂਤੀ ਨਾਮ ਦੀ ਕੋਈ ਚੀਜ਼ ਨਹੀਂ ਸੀ, ਬਿਲਕੁਲ ਖਾਲੀ। ਅਤੇ ਇਹੀ ਫਰਕ ਸਾਡੀ ਅੱਜ ਦੀ ਕਹਾਣੀ ਦਾ ਸਭ ਤੋਂ ਵੱਡਾ ਹਿੱਸਾ ਹੈ। ਤਾਂ ਹੋਇਆ ਇੰਜ ਕਿ ਇੱਕ ਦਿਨ ਉਸੇ ਅਮੀਰ ਸੇਠ ਨੇ ਮੈਨੂੰ ਆਪਣੀ ਉਸ ਵੱਡੀ ਸਾਰੀ ਹਵੇਲੀ ਵਿੱਚ ਬੁਲਾਇਆ। ਜਦੋਂ ਮੈਂ ਉੱਥੇ ਗਿਆ ਤਾਂ ਉਹ ਪੂਰੇ ਹੰਕਾਰ ਨਾਲ ਮੈਨੂੰ ਕਹਿੰਦਾ, ਅਮਰ, ਮੇਰੀ ਇੱਕ ਅਜਿਹੀ ਤਸਵੀਰ ਬਣਾਓ ਜੋ ਮੇਰੀ ਅਮੀਰੀ ਅਤੇ ਸ਼ਾਨ ਨੂੰ ਦੁਨੀਆ ਨੂੰ ਦਿਖਾਵੇ। ਉਸਨੇ ਮੇਰੇ ਸਾਹਮਣੇ ਭਾਰੀ ਸੋਨੇ ਦੀਆਂ ਮੋਹਰਾਂ ਦੀ ਥੈਲੀ ਰੱਖ ਦਿੱਤੀ। ਸੋਚੋ, ਉਸ ਨੂੰ ਲੱਗਦਾ ਸੀ ਕਿ ਉਹ ਆਪਣੇ ਪੈਸੇ ਦੀ ਤਾਕਤ ਨਾਲ ਕੁਝ ਵੀ ਖਰੀਦ ਸਕਦਾ ਹੈ, ਇੱਥੋਂ ਤੱਕ ਕਿ ਕਲਾ ਵੀ। ਉਹ ਚਾਹੁੰਦਾ ਸੀ ਕਿ ਆਉਣ ਵਾਲੇ ਲੋਕ ਮੇਰੇ ਕੈਨਵਸ ਤੇ ਸਿਰਫ ਉਸ ਦਾ ਪੈਸਾ ਅਤੇ ਸ਼ਾਨ ਦੇਖਣ। ਖੈਰ, ਮੈਂ ਆਪਣਾ ਕੰਮ ਸ਼ੁਰੂ ਕੀਤਾ। ਕਈ ਮਹੀਨੇ ਲੱਗ ਗਏ ਉਸ ਪੇਂਟਿੰਗ ਨੂੰ ਬਣਾਉਣ ਵਿੱਚ। ਹੁਣ ਕਿਉਂਕਿ ਇੱਕ ਸ਼ਾਨਦਾਰ ਹਵੇਲੀ ਬਣਾਉਣੀ ਸੀ, ਤਾਂ ਮੈਂ ਆਪਣੀ ਪੈਲਟ ਵਿੱਚੋਂ ਸਭ ਤੋਂ ਵਧੀਆ, ਚਮਕਦਾਰ ਅਤੇ ਖੁਸ਼ੀ ਭਰੇ ਰੰਗ ਚੁਣੇ। ਪਰ ਇੱਕ ਬਹੁਤ ਹੀ ਅਜੀਬ ਗੱਲ ਹੋ ਰਹੀ ਸੀ। ਜਦੋਂ ਵੀ ਮੈਂ ਪੇਂਟਿੰਗ ਕਰਦਿਆਂ ਸੇਠ ਦੇ ਚਿਹਰੇ ਵੱਲ ਦੇਖਦਾ ਤਾਂ ਮੈਨੂੰ ਉੱਥੇ ਕੋਈ ਚਮਕ, ਕੋਈ ਖੁਸ਼ੀ ਨਜ਼ਰ ਹੀ ਨਹੀਂ ਆਉਂਦੀ ਸੀ। ਉਸ ਦਾ ਮੂਡ ਹਮੇਸ਼ਾ ਬਹੁਤ ਹੀ ਭਾਰੀ, ਉਦਾਸ ਅਤੇ ਸਲੇਟੀ ਜਿਹਾ ਲੱਗਦਾ ਸੀ। ਇੰਨਾ ਸਾਰਾ ਸੋਨਾ ਹੋਣ ਦੇ ਬਾਵਜੂਦ ਉਸਦੇ ਚਿਹਰੇ ਤੇ ਇੱਕ ਡੂੰਗੀ ਉਦਾਸੀ ਛੁਪੀ ਹੋਈ ਸੀ ਜੋ ਕਿਸੇ ਵੀ ਤਰ੍ਹਾਂ ਲੁਕ ਨਹੀਂ ਰਹੀ ਸੀ। ਆਖਿਰਕਾਰ ਪੇਂਟਿੰਗ ਪੂਰੀ ਹੋਈ ਅਤੇ ਜਦੋਂ ਮੈਂ ਉਸ ਨੂੰ ਧਿਆਨ ਨਾਲ ਦੇਖਿਆ ਤਾਂ ਉਹ ਬਿਲਕੁਲ ਸੱਚ ਬੋਲ ਰਹੀ ਸੀ। ਤਸਵੀਰ ਵਿੱਚ ਇੱਕ ਬਹੁਤ ਹੀ ਆਲੀਸ਼ਾਨ ਕੁਰਸੀ ਸੀ, ਮਹਿੰਗੇ ਕੱਪੜੇ ਸਨ, ਪੂਰੇ ਠਾਠ-ਬਾਠ ਸਨ, ਪਰ ਉਸ ਕੁਰਸੀ ਤੇ ਬੈਠੇ ਸੇਠ ਦੇ ਚਿਹਰੇ ਤੇ ਬਹੁਤ ਹੀ ਡੂੰਗੀ ਅਤੇ ਸਾਫ਼ ਦਿਖਾਈ ਦੇਣ ਵਾਲੀ ਉਦਾਸੀ ਸੀ। ਮੇਰੇ ਬ੍ਰਸ਼ ਨੇ ਹਵੇਲੀ ਦੀਆਂ ਕੰਧਾਂ ਨੂੰ ਤਾਂ ਸੋਨੇ ਵਾਂਗ ਚਮਕਾ ਦਿੱਤਾ ਸੀ, ਪਰ ਮੈਂ ਸੇਠ ਦੀਆਂ ਅੱਖਾਂ ਦੀ ਨਿਰਾਸ਼ਾ ਨੂੰ ਕਿਵੇਂ ਲੁਕਾਉਂਦਾ? ਦੇਖੋ, ਇੱਕ ਸੱਚਾ ਚਿੱਤਰਕਾਰ ਕਦੇ ਝੂਠ ਨਹੀਂ ਬੋਲ ਸਕਦਾ। ਇਹ ਤਸਵੀਰ ਸੱਚੀ ਸੀ, ਪਰ ਬਹੁਤ ਹੈਰਾਨ ਕਰਨ ਵਾਲੀ ਸੀ। ਫਿਰ ਉਹ ਦਿਨ ਆਇਆ ਜਿਸ ਦੀ ਮੈਨੂੰ ਉਡੀਕ ਸੀ। ਸੇਠ ਨੇ ਪਹਿਲੀ ਵਾਰ ਆਪਣੀ ਤਸਵੀਰ ਤੋਂ ਪਰਦਾ ਹਟਾਇਆ ਅਤੇ ਉਹ ਆਪਣਾ ਉਦਾਸ ਚਿਹਰਾ ਦੇਖ ਕੇ ਬਿਲਕੁਲ ਸੁੰਨ ਰਹਿ ਗਿਆ। ਫਿਰ ਉਹ ਗੁੱਸੇ ਵਿੱਚ ਚਿਲਾਇਆ, ਇਹ ਕੀ ਹੈ? ਮੈਂ ਤਾਂ ਖੁਸ਼ ਦਿਖਣਾ ਚਾਹੁੰਦਾ ਸੀ। ਅਸਲ ਵਿੱਚ ਉਸ ਨੂੰ ਲੱਗਦਾ ਸੀ ਕਿ ਕਿਉਂਕਿ ਉਸਨੇ ਮੈਨੂੰ ਸੋਨੇ ਦੀਆਂ ਮੋਹਰਾਂ ਦਿੱਤੀਆਂ ਨੇ ਤਾਂ ਉਹ ਕੈਨਵਸ ਤੇ ਝੂਠੀ ਖੁਸ਼ੀ ਵੀ ਖਰੀਦ ਸਕਦਾ ਹੈ। ਪਰ ਕੈਨਵਸ ਤਾਂ ਸਿਰਫ ਉਹੀ ਬੋਲਦਾ ਹੈ ਨਾ ਜੋ ਅਸਲ ਵਿੱਚ ਹੁੰਦਾ ਹੈ। ਉਸ ਦਾ ਇੰਨਾ ਗੁੱਸਾ ਦੇਖ ਕੇ ਵੀ ਮੈਂ ਬਿਲਕੁਲ ਸ਼ਾਂਤ ਰਿਹਾ। ਮੈਂ ਬਹੁਤ ਹੀ ਪਿਆਰ ਅਤੇ ਨਮਰਤਾ ਨਾਲ ਉਸ ਨੂੰ ਕਿਹਾ, ਸੇਠ ਜੀ, ਮੈਂ ਤਾਂ ਸਿਰਫ ਉਹੀ ਬਣਾਇਆ ਹੈ ਜੋ ਮੇਰੀਆਂ ਅੱਖਾਂ ਨੇ ਦੇਖਿਆ। ਮੈਂ ਉਸ ਨੂੰ ਸਮਝਾਇਆ ਕਿ ਅਸਲੀ ਸੁੰਦਰਤਾ ਅਤੇ ਸੱਚੀ ਖੁਸ਼ੀ ਇਹਨਾਂ ਭਾਰੀ ਸੋਨੇ ਦੀਆਂ ਮੋਹਰਾਂ ਵਿੱਚ ਨਹੀਂ ਹੈ। ਸੱਚੀ ਖੁਸ਼ੀ ਤਾਂ ਮਨ ਦੀ ਸ਼ਾਂਤੀ ਵਿੱਚ ਹੁੰਦੀ ਹੈ। ਮੈਂ ਕਿਹਾ, ਤੁਹਾਡੇ ਕੋਲ ਦੁਨੀਆ ਦੀ ਹਰ ਚੀਜ਼ ਹੈ, ਸਾਰੀ ਦੌਲਤ ਹੈ, ਪਰ ਅੰਦਰ ਸਕੂਨ ਬਿਲਕੁਲ ਨਹੀਂ ਹੈ। ਇੱਕ ਚਿੱਤਰਕਾਰ ਸਿਰਫ ਉਹੀ ਰੰਗ ਤਾਂ ਭਰ ਸਕਦਾ ਹੈ ਜੋ ਇਨਸਾਨ ਦੇ ਅੰਦਰੋਂ ਬਾਹਰ ਝਲਕਦੇ ਹੋਣ, ਹੈ ਨਾ? ਆਓ ਆਪਾਂ ਸਾਰੇ ਇੱਥੇ ਇੱਕ ਪਲ ਲਈ ਰੁਕੀਏ ਅਤੇ ਸੋਚੀਏ, ਆਖਿਰ ਇਹ ਸੱਚੀ ਅਮੀਰੀ ਕੀ ਹੈ? ਇਹ ਸਾਨੂੰ ਬਹੁਤ ਹੀ ਸਪਸ਼ਟ ਦੱਸਦੀ ਹੈ ਕਿ ਸਾਡੀ ਅੰਦਰੂਨੀ ਸ਼ਾਂਤੀ ਕਿਸੇ ਵੀ ਸੋਨੇ ਜਾਂ ਦੌਲਤ ਨਾਲੋਂ ਕਿਤੇ ਵੱਧ ਕੀਮਤੀ ਹੈ। ਅਸਲ ਦੌਲਤ ਬੈਂਕ ਦੇ ਖਾਤਿਆਂ ਜਾਂ ਵੱਡੀਆਂ ਤਿਜੋਰੀਆਂ ਵਿੱਚ ਬੰਦ ਨਹੀਂ ਹੁੰਦੀ। ਅਸਲੀ ਅਮੀਰੀ ਸਾਡੀ ਨੇਕ ਨੀਅਤ, ਦੂਜਿਆਂ ਨਾਲ ਕੀਤੇ ਪਿਆਰ ਅਤੇ ਸਾਡੇ ਮਨ ਦੇ ਸਕੂਨ ਵਿੱਚ ਹੁੰਦੀ ਹੈ। ਜੇਕਰ ਮਨ ਹੀ ਸ਼ਾਂਤ ਨਹੀਂ ਨਾ, ਤਾਂ ਯਕੀਨ ਮੰਨੋ, ਦੁਨੀਆ ਭਰ ਦੀ ਇਹ ਬਾਹਰੀ ਅਮੀਰੀ ਬਿਲਕੁਲ ਬੇਕਾਰ ਹੈ। ਮੇਰੀਆਂ ਇਹਨਾਂ ਗੱਲਾਂ ਦਾ ਸੇਠ ਦੇ ਦਿਲ ਤੇ ਬਹੁਤ ਡੂੰਘਾ ਅਸਰ ਪਿਆ। ਉਸ ਨੂੰ ਆਪਣੀ ਗਲਤੀ ਦਾ ਪੂਰੀ ਤਰ੍ਹਾਂ ਅਹਿਸਾਸ ਹੋ ਗਿਆ ਸੀ। ਉਸ ਨੂੰ ਸਮਝ ਆ ਗਿਆ ਕਿ ਭਾਵੇਂ ਕਿੰਨੀਆਂ ਵੀ ਭਾਰੀ ਸੋਨੇ ਦੀਆਂ ਮੋਹਰਾਂ ਕਿਉਂ ਨਾ ਹੋਣ,
ਉਹ ਕਦੇ ਵੀ ਤੁਹਾਡੇ ਚਿਹਰੇ ਤੇ ਇੱਕ ਸੱਚੀ ਮੁਸਕਾਨ ਨਹੀਂ ਲਿਆ ਸਕਦੀਆਂ। ਇਸ ਲਈ ਪਤਾ ਉਸਨੇ ਕੀ ਕੀਤਾ? ਉਸਨੇ ਸੋਨਾ ਇਕੱਠਾ ਕਰਨਾ ਛੱਡ ਦਿੱਤਾ ਅਤੇ ਲੋੜਵੰਦਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਉਸਨੇ ਸਿੱਖ ਲਿਆ ਕਿ ਦਿਆਲਤਾ ਅਤੇ ਨੇਕੀ ਹੀ ਅਸਲ ਵਿੱਚ ਖੁਸ਼ੀ ਦਿੰਦੀਆਂ ਹਨ। ਪੈਸੇ ਨਾਲੋਂ ਦਿਆਲਤਾ ਹਮੇਸ਼ਾ ਵੱਧ ਸਕੂਨ ਦਿੰਦੀ ਹੈ, ਇਹ ਗੱਲ ਤਾਂ ਪੱਕੀ ਹੈ। ਉਸ ਦਿਨ ਤੋਂ ਬਾਅਦ ਹਵੇਲੀ ਦਾ ਨਜ਼ਾਰਾ ਹੀ ਬਦਲ ਗਿਆ। ਜਦੋਂ ਸੇਠ ਨੇ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਮਦਦ ਕਰਨੀ ਸ਼ੁਰੂ ਕੀਤੀ ਤਾਂ ਉਸ ਦੇ ਚਿਹਰੇ ਤੇ ਪਹਿਲੀ ਵਾਰ, ਜੀ ਹਾਂ ਪਹਿਲੀ ਵਾਰ, ਇੱਕ ਸੱਚੀ ਪਿਆਰੀ ਜੀ ਮੁਸਕਾਨ ਆਈ। ਉਸ ਦਿਨ ਹਵੇਲੀ ਵਿੱਚ ਕੋਈ ਉਦਾਸੀ ਜਾਂ ਸਲੇਟੀ ਰੰਗ ਨਹੀਂ ਸੀ। ਮੈਨੂੰ ਅੱਜ ਵੀ ਯਾਦ ਹੈ ਜਿਵੇਂ ਇੱਕ ਨਿੱਘੀ ਸੁਨਹਿਰੀ ਧੁੱਪ ਉਸ ਕਮਰੇ ਵਿੱਚ ਫੈਲ ਗਈ ਹੋਵੇ। ਉਹ ਸੋਨੇ ਦੀ ਚਮਕ ਨਹੀਂ ਸੀ, ਸਗੋਂ ਉਸ ਦੇ ਅੰਦਰ ਜਾਗੀ ਹੋਈ ਨਵੀਂ ਸ਼ਾਂਤੀ ਦਾ ਚਾਨਣ ਸੀ ਜਿਸ ਨੇ ਪੂਰੇ ਕਮਰੇ ਨੂੰ ਰੌਸ਼ਨ ਕਰ ਦਿੱਤਾ ਸੀ। ਆਪਣੀ ਇਸ ਖਾਸ ਯਾਦ ਨੂੰ ਇੱਥੇ ਸਮੇਟਦੇ ਹੋਏ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸਵਾਲ ਨਾਲ ਛੱਡ ਕੇ ਜਾਣਾ ਚਾਹਣਾ। ਜ਼ਰਾ ਸੋਚ ਕੇ ਦੇਖਿਓ, ਤੁਹਾਡੀ ਆਪਣੀ ਜ਼ਿੰਦਗੀ ਦੇ ਕੈਨਵਸ ਨੂੰ ਕਿਸ ਤਰ੍ਹਾਂ ਦੀ ਅਮੀਰੀ ਸੱਚਮੁੱਚ ਭਰੇਗੀ? ਕੀ ਉਹ ਸਿਰਫ ਸਿੱਕਿਆਂ ਦੀ ਖਣਕ ਹੋਵੇਗੀ ਜਾਂ ਫਿਰ ਮਨ ਦੀ ਸ਼ਾਂਤੀ, ਦਿਆਲਤਾ ਅਤੇ ਦੂਜਿਆਂ ਦੀ ਮਦਦ ਕਰਨ ਵਾਲੇ ਪਿਆਰੇ ਨਿੱਘੇ ਰੰਗ? ਇਹ ਫੈਸਲਾ ਤੁਹਾਡਾ ਆਪਣਾ ਹੈ। ਇਸ ਖਾਸ ਕਹਾਣੀ ਨੂੰ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਆਪਣੀ ਜ਼ਿੰਦਗੀ ਦੇ ਕੈਨਵਸ ਤੇ ਹਮੇਸ਼ਾ ਸੱਚੇ ਅਤੇ ਖੂਬਸੂਰਤ ਰੰਗ ਭਰਨ ਲਈ ਪ੍ਰੇਰਿਤ ਕਰੇਗੀ।